ਆਸਾ ਮਹਿਲਾ ਪੰਜਵਾਂ। ਸਾਈਂ ਅਲਖ ਅਪਾਰ, ਭੋਰੀ ਮਨ ਵਸੈ। ਦੁਖ ਦਰਦ ਰੋਗ ਮਾਹੇ, ਮੈਂਡਾ ਹਬ ਨਸੈ। ਹਉ ਮੰਨਿਆ ਕੁਰਬਾਨ, ਸਾਈਂ ਆਪਣੀ। ਹੋਵੈ ਆਨੰਦ ਘਣਾ, ਮਨ ਤਨ ਜਾਪਣੇ ਰਹਾਉ। ਬਿੰਦਕ ਗਾਲ ਸੁਣੀ, ਸੱਚੇ ਤਿਸ ਧਣੀ। ਸੁਖੀ ਹੂੰ ਸੁਖ ਪਾਏ, ਮਾਏ ਨਾ ਕੀਮ ਗਣੀ। ਨੈਣ ਪਸੰਦੋ ਸੋਏ, ਪੇਖ ਮੁਸ਼ਤਾਕ ਬਹੀ। ਮੈਂ ਨਿਰਗੁਣ ਮੇਰੀ ਮਾਏ, ਆਪ ਲੜ ਲਾਏ ਲਈ। ਭੇਦ ਕਤੇਬ ਸੰਸਾਰ, ਹਵਾ ਹੂੰ ਬਾਹਰਾ। ਨਾਨਕ ਕਾ ਪਾਤਸ਼ਾਹ, ਦਿਸੈ ਜ਼ਾਹਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ, ਇਸ ਪਾਵਨ ਸ਼ਬਦ ਅੰਦਰ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਜੀਵ ਇਸਤਰੀ ਦੇ ਰੂਪ ਵਿੱਚ ਪਰਮਾਤਮਾ ਪਤੀ ਦੇ ਮਿਲਾਪ ਦੀ ਗੱਲ ਬੜੇ ਖੂਬਸੂਰਤ ਸ਼ਬਦਾਂ ਵਿੱਚ ਕਰ ਰਹੇ ਹਾਂ। ਕਿਉਂਕਿ ਅਸੀਂ ਗ੍ਰਸਤੀ ਲੋਕ ਦੇਖਦੇ ਹਾਂ, ਜੋ ਧੀ ਦਾ ਰਿਸ਼ਤਾ ਮਾਂ ਨਾਲ ਹੈ, ਜਾਂ ਜਿਹੜੀਆਂ ਗੱਲਾਂ ਧੀ ਮਾਂ ਨਾਲ ਕਰ ਸਕਦੀ ਹੈ ਜਾਂ ਕਰਦੀ ਹੈ, ਉਹ ਹੋਰ ਕਿਸੇ ਰਿਸ਼ਤੇਦਾਰ ਜਨਾਨੀ ਨਾਲ, ਔਰਤ ਨਾਲ ਨਹੀਂ ਕਰ ਸਕਦੀ। ਪ੍ਰਿੰਸੀਪਲ ਸਾਹਿਬ ਨੇ ਬਿਲਕੁਲ ਠੀਕ ਮਾਂ ਹੀ ਲਿਖੀ, ਪਰ ਕੁਝ ਟੀਕਾਕਾਰਾਂ ਨੇ ਹੇ ਮਾਤਾ ਰੂਪ ਉੱਤਮ ਸਖੀ ਕਰ ਦਿੱਤਾ। ਗੱਲ ਫਿਰ ਵੀ ਉੱਥੇ ਜਾਂਦੀ ਹੈ। ਭਾਵ ਜੋ ਆਪਣੇ ਤੋਂ ਵੱਡੀ ਹੋਵੇ, ਜੋ ਸਾਡੀ ਸਮੱਸਿਆ ਨੂੰ ਸੁਣ ਕੇ ਸਮਝ ਸਕੇ ਜਾਂ ਸਾਨੂੰ ਮਾਰਗਦਰਸ਼ਨ ਕਰ ਸਕੇ। ਤੋ ਇਸ ਸ਼ਬਦ ਦੇ ਅੰਦਰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਵਰਗੇ ਜਗਿਆਸੂਆਂ ਨੂੰ ਮਾਰਗਦਰਸ਼ਨ ਕਰਦੇ। ਹਉ ਮੰਨਿਆ ਕੁਰਬਾਨ, ਸਾਈਂ ਆਪਣੇ। ਕਿਉਂਕਿ ਕਥਾ ਵਿਚਾਰ ਕਰਦਿਆਂ ਕਹਿ ਲਓ ਜਾਂ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਪੜ੍ਹਾਉਂਦਿਆਂ ਕਹਿ ਲਓ, ਪਾਠ ਬੋਧ ਸਮਾਗਮਾਂ ਵਿੱਚ ਹਿੱਸਾ ਲੈਣ ਕਰਕੇ ਇਹ ਗੱਲ ਚੰਗੀ ਤਰ੍ਹਾਂ ਸਮਝ ਵਿੱਚ ਆਈ ਹੈ ਕਿ ਗੁਰੂ ਬਾਣੀ ਅਥਾਹ ਸਮੁੰਦਰ ਹੈ। ਇਹਦੇ ਵਿੱਚ ਕਿੰਨੀਆਂ ਕੁ ਬੋਲੀਆਂ ਹਨ, ਕਿਹੜੇ ਕਿਹੜੇ ਇਲਾਕੇ ਦੀਆਂ ਬੋਲੀਆਂ ਹਨ, ਇਹ ਵੀ ਇੱਕ ਮੁਸ਼ਕਲ ਆਉਂਦੀ ਹੈ। ਕਿਉਂਕਿ ਜਿਸ ਇਲਾਕੇ ਦੇ ਸ਼ਬਦ ਨੂੰ ਬੋਲਣ ਦਾ ਸਾਨੂੰ ਕਦੇ ਤਜਰਬਾ ਨਹੀਂ ਹੋਇਆ, ਉਹਦੇ ਵਿੱਚ ਸਾਨੂੰ ਥੋੜ੍ਹੀ ਬਹੁਤੀ ਗਲਤੀ ਲੱਗ ਜਾਂਦੀ। ਜਿਵੇਂ ਸ਼ਬਦ ਹਉ ਹੈ, ਵੰञਾ ਹੈ, ਸਾਈਂ ਹੈ, ਤੋ ਇਸ ਨੂੰ ਉਚਾਰਨ ਕਰਨ ਵਾਸਤੇ ਜ਼ਰੂਰ ਸਿੱਖਣਾ ਪੈਂਦਾ। ਤੋ ਇਸ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਕ ਜਗਿਆਸੂ ਜੀਵ ਇਸਤਰੀ ਦੇ ਰੂਪ ਵਿੱਚ ਇਹ ਕਹਿ ਰਹੇ ਨੇ, ਹੇ ਮੇਰੀ ਮਾਂ, ਹਉ ਮੰਨਿਆ ਕੁਰਬਾਨ। ਹੁਣ ਇੱਥੇ ਹਉ ਦਾ ਉਚਾਰਨ ਬਿੰਦੇ ਸਹਿਤ ਹਉ ਕਰਨਾ। ਜੇ ਹਉ ਕਰਾਂਗੇ ਤੇ ਹਉ ਦਾ ਮਤਲਬ ਹੁੰਦਾ ਕਿਸੇ ਨੂੰ ਡਰਾਉਣਾ। ਹਉ ਹਉ
नहीं, ਇਹਦਾ ਉਚਾਰਨ ਹੈ ਹਉ ਮੈਂ ਵੰਨਿਆ। ਹੁਣ ਜਿਹੜਾ ਨਿੰਨਿਆ ਅੱਖਰ ਹੈ ਇਹਦੇ ਉਚਾਰਨ ਦੀ ਵੀ ਜਾਂਚ ਦਾਸ ਅਕਸਰ ਕਥਾ ਕਰਦਿਆਂ ਸੰਥਾ ਕਰਾਉਂਦਿਆਂ ਦੱਸ ਦਿੰਦੇ ਵੀ ਦੋਵੇਂ ਦੰਦਾਂ ਨੂੰ ਪੀਚ ਕੇ ਅੰਦਰੋਂ ਜੀਭ ਲਾ ਕੇ ਬੋਲੋ ਨਿੰਨਿਆ ਹਉ ਵੰਨਿਆ ਕੁਰਬਾਨ। ਕੁਰਬਾਨ ਕਿਹਦੇ ਤੋਂ ਜਾਇਆ ਜਾਂਦਾ? ਜਿਹੜਾ ਬਹੁਤ ਪਿਆਰਾ ਹੋਵੇ। ਜਿਵੇਂ ਮਾਂ ਨੂੰ ਬੱਚਾ ਬਹੁਤ ਪਿਆਰਾ ਹੈ, ਉਹ ਜਦੋਂ ਮਿਲੇਗੀ ਮੈਂ ਵਾਰੀ ਬੰਜਾਂ, ਮੈਂ ਘੋਲੀ ਬੰਜਾਂ, ਮੈਂ ਕੁਰਬਾਨ ਜਾਵਾਂ। ਇਸੇ ਤਰ੍ਹਾਂ ਜਿਹੜੀ ਪਤਨੀ ਹੈ ਉਹ ਆਪਣੇ ਪਤੀ ਤੋਂ ਕੁਰਬਾਨ ਜਾਂਦੀ, ਜਿਹੜੀ ਪ੍ਰੇਮਣ ਹੈ ਉਹ ਆਪਣੇ ਪ੍ਰੇਮੀ ਤੋਂ ਕੁਰਬਾਨ ਜਾਂਦੀ। ਤੋ ਗੱਲ ਕੀ ਉਸ ਅਵਸਥਾ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹਉ ਵੰਨਿਆ ਕੁਰਬਾਨ ਸਾਈਂ ਆਪਣੇ। ਹੁਣ ਲਿਖਿਆ ਸਾਈ ਹੈ, ਪਰ ਸਾਈ ਸ਼ਬਦ ਵੀ ਗੁਰਬਾਣੀ ਵਿੱਚ ਆਉਂਦਾ, ਜਿਹਦਾ ਅਰਥ ਹੈ ਉਹ ਸਾਈ ਘੜੀ ਸੁਲੱਖਣੀ। ਇੱਥੇ ਸਾਈਂ ਪੜ੍ਹਨਾ, ਉੱਥੇ ਸਾਈ ਪੜ੍ਹਨਾ। ਸਪੈਲਿੰਗ ਇੱਕੋ ਜਿਹੇ ਹਨ, ਰੂਪ ਇੱਕੋ ਜਿਹੇ। ਸਾਈ ਦਾ ਮਤਲਬ ਹੈ ਉਹ, ਸਾਈਂ ਦਾ ਮਤਲਬ ਹੈ ਖਸਮ, ਮਾਲਕ। ਤੋ ਇਹ ਉਚਾਰਨ ਦਾ ਪੱਖ ਜਿਹੜਾ ਇਹ ਮਿਹਨਤ ਕਰਨ ਦੇ ਨਾਲ, ਅੰਦਰ ਪਿਆਰ ਪੈਦਾ ਕਰਨ ਦੇ ਨਾਲ ਸਮਝ ਆ ਜਾਂਦਾ। ਤੋ ਗੁਰੂ ਪਾਤਸ਼ਾਹ ਕਹਿੰਦੇ ਹਉ ਵੰਨਿਆ ਕੁਰਬਾਨ ਸਾਈਂ ਆਪਣੇ। ਮੈਂ ਆਪਣੇ ਸਾਈਂ ਮਾਲਕ ਪਤੀ ਪਰਮੇਸ਼ਵਰ ਤੋਂ ਕੁਰਬਾਨ ਜਾਂਦਾ। ਹੋਵੇ ਆਨੰਦ ਘਣਾ। ਹੁਣ ਦੇਖੋ ਇੱਥੇ ਕਈ ਪ੍ਰੇਮੀ ਕਹਿੰਦੇ ਜੀ ਆਨੰਦ ਪੜ੍ਹੋ, ਨਹੀਂ, ਹੋਵੇ ਆਨੰਦ ਘਣਾ। ਠੀਕ ਹੈ, ਜਿੱਥੇ ਨੰਨੇ ਨੂੰ ਟਿੱਪੀ ਹੈ ਉੱਥੇ ਆਨੰਦ ਪੜ੍ਹੋ, ਪਰ ਇੱਥੇ ਹੋਵੇ ਆਨੰਦ ਘਣਾ। ਨੰਨਾ ਤੇ ਨਾਸਕੀ ਰਹੇਗਾ ਹੀ, ਪਰ ਇਹਨੂੰ ਪੋਲਾ ਕਰਕੇ ਬੋਲਣਾ ਹੋਵੇ ਆਨੰਦ ਘਣਾ। ਘਣਾ ਦਾ ਮਤਲਬ ਸੰਘਣਾ, ਬਹੁਤਾ ਆਨੰਦ ਬਣ ਜਾਂਦਾ ਹੈ। ਕਦੋਂ? ਮਨ ਤਨ ਜਾਪਣੇ। ਕਈ ਵਾਰੀ ਅਸੀਂ ਤਨ ਕਰਕੇ ਬਾਹਰੋਂ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਪਰ ਮਨ ਕਿਸੇ ਹੋਰ ਰਹਿੰਦਾ। ਇਸ ਲਈ ਜਿੱਥੇ ਵੀ ਯਾਦ ਦੀ ਗੱਲ ਆਈ ਹੈ, ਮਨ ਤੇ ਤਨ ਦੋਵਾਂ ਨੂੰ ਆਖਿਆ। ਸਾਨੂੰ ਗੁਰਬਾਣੀ ਤੋਂ ਤੇ ਗੁਰੂ ਇਤਿਹਾਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਆਨੰਦ ਕਦੋਂ ਬਣਦਾ? ਜਦੋਂ ਮਨ ਕਰਕੇ ਤਨ ਕਰਕੇ ਉਹਦਾ ਸਿਮਰਨ ਕਰੀਏ। ਹਉ ਵੰਨਿਆ ਕੁਰਬਾਨ ਸਾਈਂ ਆਪਣੇ। ਹੋਵੇ ਆਨੰਦ ਘਣਾ ਮਨ ਤਨ ਜਾਪਣੇ। ਜਦੋਂ ਮਨ ਕਰਕੇ ਤਨ ਕਰਕੇ ਉਹਦਾ ਸਿਮਰਨ ਕਰੀਏ, ਮੈਨੂੰ ਘਣਾ ਬਹੁਤਾ ਆਨੰਦ ਆਉਂਦਾ। ਫਿਰ ਸਮਝ ਆਉਂਦੀ ਹੈ ਸਾਈਂ ਅਲਖ ਅਪਾਰ। ਹੁਣ ਇੱਥੇ ਵੀ ਸਾਈਂ ਪੜ੍ਹਨਾ, ਸਾਈ ਨਹੀਂ ਪੜ੍ਹਨਾ। ਉਹ ਮੇਰਾ ਮਾਲਕ ਵਾਹਿਗੁਰੂ ਅਲਖ, ਨਾ ਲਿਖਿਆ ਜਾਣ ਵਾਲਾ, ਅਪਾਰ, ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਭੋਰੀ ਮਨ ਵਸੈ। ਭੋਰੀ ਦਾ ਮਤਲਬ ਹੈ ਥੋੜ੍ਹੇ ਜਿਹੇ ਸਮੇਂ ਲਈ। ਥੋੜ੍ਹੇ ਜਿਹੇ ਸਮੇਂ ਲਈ ਵੀ ਜੇ ਮੇਰਾ ਸਾਈਂ ਮੇਰੇ ਮਨ ਵਿੱਚ ਵਸ ਜਾ। ਲੋਕ ਘੰਟਿਆਂ ਦੀ ਗੱਲ ਕਰਦੇ ਨੇ, ਲੋਕ ਮਾਲਾ ਦੀ ਗੱਲ ਕਰਦੇ ਨੇ, ਇੰਨੀਆਂ ਮਾਲਾ ਫੇਰੋ। ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਵੀ ਚੌਪੇ 'ਚ ਕਿਹਾ ਏਕ ਚਿੱਤ ਜੈ ਇੱਕ ਛਿਨ ਧਿਆਇਓ। ਏਕ ਚਿੱਤ ਜੇ ਇੱਕ ਛਿਨ ਧਿਆਇਓ। ਜਿਸ ਭਾਗਾਂ ਵਾਲੇ ਮਨੁੱਖ ਨੇ ਇੱਕ ਚਿੱਤ ਹੋ ਕੇ ਇੱਕ ਛਿਨ ਲਈ ਵੀ ਧਿਆਇਆ, ਕਾਲ ਫਸ ਕੇ ਬੀਚ ਨ ਆਇਓ। ਤੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹੈ ਮੇਰੀ ਮਾਂ, ਸਾਈਂ ਅਲਖ ਅਪਾਰ, ਭੋਰੀ ਮਨ ਵਸੈ। ਥੋੜ੍ਹੇ ਜਿਹੇ ਸਮੇਂ ਲਈ ਰਤਾ ਕਵੀ ਜਦੋਂ ਮੇਰੇ ਮਨ ਵਿੱਚ ਵਸ ਜਾਂਦਾ, ਉਹਦਾ ਵਸਣਾ, ਉਹਦੀ ਯਾਦ ਕਿਤਨੀ ਸੁਖਦਾਈ ਹੈ। ਦੁੱਖ ਦਰਦ ਰੋਗ ਮਾਏ ਮਹਿੰਡਾ ਹਬ ਨਸੈ। ਦੁੱਖ
ਦਰਦ, ਰੋਗ। ਭਾਵੇਂ ਠੀਕ ਹੈ ਕਿ ਅਸੀਂ ਇਹਨਾਂ ਤਿੰਨਾਂ ਨੂੰ ਵੱਖ-ਵੱਖ ਵਰਤ, ਪਰ ਗੱਲ ਇੱਕੋ ਹੀ ਹੈ। ਦਰਦ ਹੋਵੇਗਾ, ਦੁੱਖ ਹੋਵੇਗਾ, ਉਹੀ ਦਰਦ ਜਿਹੜਾ ਫਿਰ ਰੋਗ ਬਣ ਜਾਏਗਾ। ਆਖਿਆ ਹੈ ਮੇਰੀ ਮਾਂ ਹੱਬ। ਹੁਣ ਹੱਬ ਸ਼ਬਦ ਵੀ ਜਿਹੜਾ ਹੈ ਇਹ ਸਾਡੀ ਆਮ ਬੋਲੀ ਦਾ ਨਹੀਂ, ਇਹ ਲਹਿੰਦੀ ਮੁਲਤਾਨੀ ਬੋਲੀ ਦਾ ਸ਼ਬਦ ਹੈ। ਮੇਰੀ ਮਾਂ, ਉਹ ਮੇਰਾ ਵਾਹਿਗੁਰੂ ਅਕਾਲ ਪੁਰਖ ਪਤੀ, ਸਾਈਂ ਅਲਖ ਅਪਾਰ, ਭੋਰੀ ਮਨ ਵਸੈ, ਦੁੱਖ ਦਰਦ ਰੋਗ ਮਾਏ, ਮਹਿੰਡਾ ਹੱਬ ਨਸੈ। ਮਹਿੰਡਾ, ਇਹਨੂੰ ਮੈਡਾ ਨਹੀਂ ਕਹਿਣਾ, ਮਹਿੰਡਾ ਮੇਰਾ, ਹੱਬ ਸਾਰਾ ਕੁਝ ਨਸ ਜਾਂਦਾ। ਇਸ ਲਈ ਹਉ ਮੰਨਿਆ ਕੁਰਬਾਨ, ਸਾਈਂ ਆਪਣੇ, ਹੋਵੇ ਆਨੰਦ ਘਣਾ, ਮਨ ਤਨ ਜਾਪਣੇ ਰਹਾਉ। ਬਿੰਦਕ ਗਾਲ ਸੁਣੀ। ਬਿੰਦਕ ਆਮ ਤੌਰ 'ਤੇ ਥੋੜ੍ਹੇ ਜਿਹੇ ਸਮੇਂ ਲਈ, ਬਿੰਦਕ ਥੋੜ੍ਹੇ ਜਿਹੇ ਸਮੇਂ ਲਈ, ਥੋੜ੍ਹੀ ਜਿਤਨੀ ਵੀ ਉਹਦੀ ਗੱਲ ਸੱਚਮੁੱਚ ਜਿਨ੍ਹਾਂ ਦਾ ਪ੍ਰੇਮ ਹੁੰਦਾ ਉਹ 'ਤੇ ਕੁਰਬਾਨ ਹੋ ਜਾਂਦਾ। ਉਹ 'ਤੇ ਥੋੜ੍ਹੀ ਜਿਹੀ ਗੱਲ ਸੁਣ ਕੇ ਵੀ ਆਂਦੇ ਨੇ ਮੇਰਾ ਜੀ ਕਰਦਾ ਮੈਂ ਆਪਾ ਕੁਰਬਾਨ ਕਰ ਦਿਆਂ। ਤੁਸੀਂ ਮੈਨੂੰ ਰੱਬ ਦੀ ਗੱਲ ਸੁਣਾਈ, ਤੁਸੀਂ ਮੈਨੂੰ ਮੇਰੇ ਪਿਆਰੇ ਦੀ ਗੱਲ ਸੁਣਾਈ। ਜਿਹੜੇ ਸਹੀ ਅਰਥਾਂ ਵਿੱਚ ਸ਼ਰਧਾਲੂ ਅਤੇ ਪ੍ਰੇਮੀ ਹੁੰਦੇ ਨੇ ਉਹ ਬਹੁਤ ਹੀ ਇਸ ਗੱਲ 'ਤੇ ਕੁਰਬਾਨ ਜਾਂਦੇ। ਸੱਚਮੁੱਚ ਇਸੇ ਤਰ੍ਹਾਂ ਜਿਸ ਵਿਜੋਗਣ ਨੂੰ ਉਹਦੇ ਪਿਆਰੇ ਦੀ ਗੱਲ ਸੁਣਾਈ ਜਾਏ ਉਹ ਫਿਰ ਕਿਤਨੀ ਆਨੰਦਿਤ ਹੁੰਦੀ। ਪਾਤਸ਼ਾਹ ਕਹਿੰਦੇ ਬਿੰਦਕ ਗਾਲ ਸੁਣੀ, ਸੱਚੇ ਤਿਸ ਧਣੀ। ਉਸ ਸੱਚੇ ਧਣੀ ਮਾਲਕ ਖਸਮ ਦੀ ਗਾਲ, ਗੱਲ, ਉਹਦਾ ਜ਼ਿਕਰ, ਉਹਦੀ ਚਰਚਾ। ਇਸੇ ਲਈ ਪਾਤਸ਼ਾਹ ਰੋਜ਼ ਪ੍ਰੇਰਦੇ ਨੇ, ਆਓ ਭੈਣੇ ਗੱਲ ਮਿਲਾਂ, ਮੇਰੀ ਅੰਕ ਸਹੇਲੜੀਆਂ, ਮਿਲ ਕੇ ਕरें ਕਹਾਣੀਆਂ, ਸਮਰਥ ਕੰਤ ਕੀਆਂ। ਆਏ ਮਿਲ ਗੁਰ ਸਿਖਿਆਏ ਮਿਲ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਇਹ ਜਿਹੜਾ ਸਤਸੰਗਤ ਕਰਨ ਦੀ ਦਾਤ ਪਾਤਸ਼ਾਹ ਨੇ ਬਖਸ਼ੀ ਇਸੇ ਵਾਸਤੇ, ਕਿਉਂਕਿ ਬਾਣੀ ਵੀ ਜਗ੍ਹਾ ਜਗ੍ਹਾ 'ਤੇ ਲਿਖੇ। ਜਿਹੜੇ ਪਰਮਾਤਮਾ ਦੀ ਕੀਰਤੀ ਸੁਣਦੇ ਨੇ, ਕਰਦੇ ਨੇ, ਉਹਨਾਂ ਨੂੰ ਬੜਾ ਆਨੰਦ ਪ੍ਰਾਪਤ ਹੁੰਦਾ। ਜੋ ਜੋ ਕਥੈ ਸੁਨੈ ਹਰ ਕੀਰਤਨ, ਤਾਕੀ ਦੁਰਮਤ ਨਾਸ, ਸਗਲ ਮਨੋਰਥ ਪਾਵੈ ਨਾਨਕ, ਪੂਰਨ ਹੋਵੈ ਆਸ। ਬਿੰਦਕ ਗਾਲ ਸੁਣੀ, ਸੱਚੇ ਤਿਸ ਧਣੀ, ਸੁਖੀ ਹੂੰ ਸੁਖ ਪਾਏ, ਮਾਏ ਨਾ ਕੀਮ ਗਣੀ। ਕਿੰਨਾ ਕੁ ਸੁੱਖ ਮਿਲਦਾ ਮੈਨੂੰ, ਹੈ ਮੇਰੀ ਮਾਂ, ਮੈਂ ਬਿਆਨ ਨਹੀਂ ਕਰ ਸਕਦਾ। ਦੇਖੋ ਵਿਛੋੜੇ ਵਿੱਚ ਦੁੱਖ ਹੈ, ਮਿਲਾਪ ਵਿੱਚ ਸੁੱਖ ਹੈ। ਰੋਜ਼ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੈ ਮਰ ਜਾਉ। ਹੁਣ ਅਸੀਂ ਪੜ੍ਹ ਜਾਂਦੇ ਹਾਂ, ਪਰ ਜੇ ਕਦੇ ਗੁਰੂ ਨਾਨਕ ਪਾਤਸ਼ਾਹ ਦੇ ਇਹਨਾਂ ਬੋਲਾਂ ਨੂੰ ਉਹਨੇ ਪਿਆਰ ਵਿੱਚ ਭਿੱਜ ਕੇ ਪੜ੍ਹੀਏ ਫਿਰ ਸਾਨੂੰ ਪਤਾ ਲੱਗੇ। ਤੋ ਪਾਤਸ਼ਾਹ ਨੇ ਸੁਖੀ ਹੂੰ ਸੁਖ ਪਾਏ, ਮਾਏ ਨਾ ਕੀਮ ਗਣੀ। ਹੈ ਮੇਰੀ ਮਾਂ, ਮੇਰੇ ਕੋਲੋਂ ਕੀਮਤ ਨਹੀਂ ਗਿਣੀ ਜਾ ਸਕਦੀ। ਭਾਵ ਮੈਂ ਇਸ ਦਾ ਵਰਣਨ ਕਰਨ ਦੇ ਸਮਰੱਥ ਨਹੀਂ ਹੈ। ਕਿਤਨਾ ਸੁੱਖ ਮਿਲਦਾ ਉਹਦੇ ਸਿਮਰਨ ਵਿੱਚ, ਉਹਦੀ ਯਾਦ ਵਿੱਚ। ਸਾਰੀ ਬਾਣੀ ਸਾਨੂੰ ਇਹੋ ਹੀ ਪ੍ਰੇਰ ਰਹੀ, ਭਾਈ ਉਹਦਾ ਸਿਮਰਨ ਕਰੋ, ਕਿਉਂਕਿ ਸਾਨੂੰ ਇਹ ਸਮਾਂ, ਇਹ ਜੀਵਨ ਕੁਝ ਸਮੇਂ ਲਈ ਮਿਲਿਆ, ਅਸੀਂ ਇਹਦੀ ਕੀਮਤ ਨਹੀਂ ਸਮਝ ਰਹੇ। ਭਗਤ ਕਬੀਰ ਜੀ ਵਰਗੇ ਮਹਾਂਪੁਰਖ ਤੇ ਕਹਿੰਦੇ ਨੇ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ
भूल मत जाओ मानुष जन्म का एही ला। अब ना भजस भजस कब पाई, आवे अंत न भजया जाई। बिंदक गाल सुनी सच्चे तिस धनी, सुखी हूँ सुख पाए माए न कीम गणी। नैन पसंदो सोए पेख मुश्ताक भई। ਉਹ ਪਰਮਾਤਮਾ ਜਿਹੜਾ ਸਭ ਦੇ ਨੈਣਾਂ ਨੂੰ ਪਸੰਦ ਹੈ, ਜਿਸ ਨੂੰ ਸਾਰੇ ਹੀ ਦੇਖਣਾ ਚਾਹੁੰਦੇ, ਮੈਂ ਉਸ ਦੀ ਮਾੜੀ ਜਿਹੀ ਝਲਕ ਦੇਖ ਕੇ ਪੇਖ ਮੁਸ਼ਤਾਕ ਭਈ। ਮੁਸ਼ਤਾਕ ਦੇ ਅਖਰੀ ਅਰਥ ਆਸ਼ਕ, ਮੋਹਿਤ, ਖਿੱਚੀ ਜਾਣਾ। ਨੈਣ ਪਸੰਦੋ ਸੋਏ ਪੇਖ ਮੁਸ਼ਤਾਕ ਭਈ। मैं ਉਹਦੀ ਪ੍ਰੇਮਣ ਬਣ ਗਈ, ਮੋਹਿਤ ਹੋ ਗਈ, ਆਸ਼ਿਕ ਹੋ ਗਈ। ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ। ਸਿਮਰਨ ਕਰਨ ਵਾਲੇ ਨੂੰ ਜਦੋਂ ਸਿਮਰਨ ਵਿੱਚ ਰਸ ਆਉਂਦਾ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਪੁੱਛ ਕੇ ਵੇਖੋ, ਉਹ ਕਹਿੰਦੇ ਨੇ ਜਦੋਂ ਫਕੀਰ ਸਿਮਰਨ ਦੇ ਰਸ ਤੋਂ ਟੁੱਟ ਜਾਂਦਾ, ਉਹਦੀ ਹਾਲਤ ਕੀ ਹੁੰਦੀ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ, ਜਿਵੇਂ ਸੱਪ ਦੀ ਮਣੀ ਗੁਆਚ ਜਾਏ ਤੇ ਉਹਦੀ ਹਾਲਤ ਵੇਖਣ ਵਾਲੀ। ਕਹਿੰਦੇ ਇਸੇ ਤਰ੍ਹਾਂ ਮੈਨੂੰ ਉਸ ਮਾਲਕ ਨੇ ਆਪਣੀ ਯਾਦ ਵਿੱਚ ਜੋੜਿਆ ਹੈ। ਤੇ ਮੈਂ ਨਿਰਗੁਣ ਸਾਂ, ਮੇਰੇ ਵਿੱਚ ਕੋਈ ਸਿਫਤ ਨਹੀਂ ਸੀ, ਪਰ ਧੰਨ ਹੈ ਉਹ, ਉਸ ਨੇ ਮੇਰੇ ਵਰਗੀ ਨਿਰਗੁਣ ਨੂੰ ਆਪਣੇ ਲੜ ਲਾ ਲਿਆ, ਆਪਣੇ ਸਿਮਰਨ ਦੀ ਦਾਤ ਬਖਸ਼ੀ ਹੈ। ਨੈਣ ਪਸੰਦੋ ਸੋਏ ਪੇਖ ਮੁਸ਼ਤਾਕ ਭਈ। ਹੁਣ ਪੇਖ ਦੇ ਖੱਕੇ ਨੂੰ ਸਿਆਰੀ ਹੈ, ਵੇਖ ਕੇ ਉਹਦੀ ਝਲਕ ਤੱਕ ਕੇ ਉਹਦੇ ਦਰਸ਼ਨ ਕਰਕੇ ਮੈਂ ਮੁਸ਼ਤਾਕ ਭਈ, ਮੋਹਿਤ ਹੋ ਗਈ, ਆਸ਼ਿਕ ਹੋ ਗਈ। ਪਰ ਉਹ ਬੜਾ ਦਿਆਲੂ ਹੈ, ਉਹ ਨਹੀਂ ਵੇਖਦਾ ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮੀਠੇ ਬਹਿਣਾ। ਉਹ ਇਹਨਾਂ ਗੱਲਾਂ ਨੂੰ ਦੇਖਦਾ ਹੀ ਨਹੀਂ, ਉਹ ਤਾਂ ਬੜਾ ਦਿਆਲੂ ਹੈ, ਉਹ ਤਾਂ ਸੱਚੇ ਪਿਆਰ ਨੂੰ ਦੇਖਦਾ। ਇਸੇ ਲਈ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ, ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ, ਬੈਠ ਰਹੇ ਹੋ ਬਕ ਧਿਆਨ ਲਗਾਇਓ। ਨਾਤ ਫਿਰਿਓ ਲਿਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। बास कियो बिखियान तो बैठ के, ऐसे ही ऐसे तो बैत बतायो। साच कहूँ सुन ले हो सबे, जिन प्रेम कियो तिन ही प्रभ पायो। मैं निर्गुण मेरी माए आप लड़ लाए लई। है मेरी माँ है तो मैं निर्गुण सा, मेरे विच कोई निमरता, कोई सहन शक्ति, कोई चंगे गुण नहीं सन, पर ਉਹਨੂੰ ਮੇਰੇ ਤੇ ਤਰਸ ਆ ਗਿਆ, ਉਸ ਨੇ ਮੈਨੂੰ ਲੜ ਲਾ ਲਿਆ। ਲਓ ਚੌਥੇ ਪਦ ਵਿੱਚ ਨਿਚੋੜ ਕੱਢਿਆ, ਆਖਿਆ ਬੇਦ ਕਤੇਬ ਸੰਸਾਰ, ਹਬਾ ਹੂੰ ਬਾਹਰਾ। ਹਬਾ ਪਹਿਲੇ ਹਬ ਸ਼ਬਦ ਆਇਆ, ਹੁਣ ਹਬਾ ਆਇਆ। ਇਹ ਜਿਤਨੇ ਧਰਮ ਗ੍ਰੰਥ ਨੇ, ਅਸੀਂ ਕਿਸੇ ਨੂੰ ਮਾੜਾ ਜਾਂ ਚੰਗਾ ਨਹੀਂ ਕਹਿਣਾ। ਕਹਿਣ ਦਾ ਮਤਲਬ ਹੈ ਕਿ ਇਹਨਾਂ ਸਾਰਿਆਂ ਵਿੱਚ ਉਸ ਦਾ ਵਰਣਨ ਤੇ ਹੈ, ਪਰ ਜਿਸ ਜਿਸ ਢੰਗ ਨਾਲ ਇਹ ਕਹਿੰਦੇ ਨੇ। ਕੋਈ ਕਹਿ ਰਿਹਾ ਕਹੂੰ ਲਖਿਓ ਹਰ ਅਬਾਚੀ ਦਿਸ਼ਾ ਮੈਂ, ਕਾਹੂ ਪਛਾਹਾਂ ਕੋ ਸੀਸ ਨਵਾਇਓ। को भूतान को पूजत हैं पस, को मृतान को पूजन धायो। कूर क्रिया उर्जो सब ही जग, श्री भगवान को भेद न पायो। आख्या वो मेरा मालक वेद कतेब संसार हवा हूँ बाहर, वो इन्हां दी कैद विच नहीं है। जदों मक्के विच मुसलमान वीरां ने इकट्ठे होके पुछया बाबा नानक जी ये दसो हिंदू वड्डा कि मुसलमान होई, ते बाबा आखे हाजियां शुभ अमला बाजों दोनों रोई।
ਉਹਨਾਂ ਨੇ ਨਹੀਂ ਕਿਹਾ ਕਿ ਹਿੰਦੂ ਵੱਡਾ ਜਾਂ ਮੁਸਲਮਾਨ ਵੱਡਾ। ਜੇ ਸਿੱਖ ਉਦੋਂ ਹੁੰਦੇ ਤੇ ਮਹਾਰਾਜ ਸਿੱਖਾਂ ਦਾ ਵੀ ਕਹਿ ਦਿੰਦੇ। ਕਹਿਣ ਦਾ ਮਤਲਬ ਉਹ ਇਹਨਾਂ ਬੰਧਨਾਂ ਵਿੱਚ ਨਹੀਂ। ਵੇਦ ਕਤੇਬ ਸੰਸਾਰ ਹਵਾ ਹੂੰ ਬਾਹਰ, ਨਾਨਕ ਕਾ ਪਾਤਸ਼ਾਹ ਦਿਸੈ ਜ਼ਾਹਰਾ। ਆਖਿਆ ਉਹ ਨਾਨਕ ਦਾ ਪਾਤਸ਼ਾਹ ਜਿਹੜਾ ਉਹ ਤਾਂ ਜ਼ਾਹਰ ਜ਼ਹੂਰ ਹੈ, ਹਾਜ਼ਰ ਹਜ਼ੂਰ। ਇੱਕ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਹੈ ਜਿਸ ਵਿੱਚ ਮਹਾਰਾਜ ਕਹਿੰਦੇ ਨੇ, ਏਕ ਰੂਪ ਸਗਲੋ ਪਾਸਾਰਾ, ਆਪੇ ਵਣਜ ਆਪ ਵਿਵਹਾਰਾ, ਅਨਕ ਰੂਪ ਨਿਰਗੁਣ ਇਕ ਰੰਗਾ, ਆਪੇ ਜਲ ਆਪ ਹੀ ਤਰੰਗਾ, ਐਸੋ ਗਿਆਨ ਬਿਰਲੋਈ ਪਾਏ, ਜਤ ਜਤ ਜਾਈਏ ਤਤ ਦ੍ਰਿਸ਼ਟਾਏ, आप ही मंदिर आप ही सेवा, आप पुजारी आप ही देवा, आप ही जोग आप ही जुगता, नानक के प्रभ सद ही मुक्ता, वेद कतेब संसार हवा हूँ बाहरा, नानक का पातशाह दिसै ਜ਼ਾਹਰਾ। आओ इस प्यार विच आके दास कोल एक रागी सिंह हुंदे सन, भाई दर्शन सिंह नेत्रहीन। आहा जदों प्यार विच भिज के वो शब्द पढ़ते सन, संगतां चूम उठदियां सन। हों वंजा कुर्बान साईं आपणे, होवै आनंद घना मन तन जापणे। आओ जे इस आनंद नूं मानना है ते मन करके तन करके उसका सिमरन करिए ते फिर आनंद का पता लगे, फिर सानू आनंद प्राप्त होवे। वाहिगुरु जी का खालसा, वाहिगुरु जी की फतेह।